ਡੀਅਰ ਸਟੂਡੈਂਟਸ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅਸੀਂ ਕਰ ਰਹੇ ਹਾਂ ਐਕਸਰਸਾਈਜ਼ 3.1 ਦੇ ਕੁਐਸਚਨ ਨੰਬਰ 6 to 7। ਇਹ ਜਿਹੜੇ ਕੁਐਸਚਨਸ ਨੇ ਦੋਨੇ 6 and 7th ਨੰਬਰ ਤੇ ਹੈ। ਇਕੁਐਲਿਟੀ ਆਫ ਮੈਟ੍ਰਿਕਸ ਦੇ ਕਨਸੈਪਟ ਤੇ ਬੇਸ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਸਾਡਾ 6 ਦਾ A ਪਾਰਟ ਹੈ, ਤਾਂ ਸਾਨੂੰ ਦੋ ਮੈਟ੍ਰਿਕਸ ਦਿੱਤੀਆਂ ਹੋਈਆਂ, ਦੋਨੇ ਇਕੁਅਲ ਨੇ। ਤੁਸੀਂ ਗਿਵਨ ਹੀ ਹੈ ਇਕੁਅਲ ਨੇ, ਇਸ ਕਰਕੇ ਤੇ ਬਹੁਤੇ ਪੈਰਾਮੀਟਰ ਲਾਉਣ ਦੀ ਲੋੜ ਨਹੀਂ। ਤਾਂ ਬਾਈ ਡੈਫੀਨੇਸ਼ਨ ਆਫ ਇਕੁਐਲਿਟੀ ਆਫ ਟੂ ਮੈਟ੍ਰਿਸਸ, ਬਾਈ ਡੈਫੀਨੇਸ਼ਨ ਆਫ equality of two matrices ਕੀ ਹੁੰਦੀ ਹੈ ਜੀ, ਉਹਨਾਂ ਦੇ ਕੋਰਸਪੋਂਡਿੰਗ ਐਲੀਮੈਂਟਸ ਮਸਟ ਬੀ ਸੇਮ। ਡੈਫੀਨੇਸ਼ਨ ਇਹ ਕਹਿੰਦੀ ਹੈ ਵੀ 4 ਮਸਟ ਬੀ ਇਕੁਅਲ ਟੂ y, ਕੋਰਸਪੋਂਡਿੰਗ ਐਲੀਮੈਂਟ ਹੈ ਜੀ। 3 is equal to z, x is equal to 1, ਆ ਦੇਖੋ x is equal to 1 and 5 is equal to 5। ਸੋ ਥੋੜਾ ਸੈਟ ਕਰਕੇ ਲਿਖ ਲਓ, x is equal to 1, y is equal to 4, z is equal to 3। So that is the answer. Simple, very simple। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ। ਹੁਣ ਥੋੜੇ ਇਕੁਏਸ਼ਨ ਦੀ ਫਾਰਮ ਵਿੱਚ ਉਹਨੇ ਦੇਤਾ। compare corresponding elements, then we get ਕੀ ਮਿਲਿਆ ਜੀ ਸਾਨੂੰ। ਫਿਰ ਸਾਨੂੰ ਮਿਲਿਆ x plus y is equal to 6। ਆ ਦੇਖੋ x plus y ਹੈ, ਇਧਰਲੇ ਪਾਸੇ 6 ਹੈ। 2 is equal to 2, ਇਹਦੇ ਵਿੱਚ ਕੋਈ ਰੌਕਟ ਸਾਇੰਸ ਨਹੀਂ ਹੈਗੀ। 5 plus z is equal to 5, ਇੱਧਰੋਂ ਆ ਸੀ, ਇੱਧਰੋਂ ਆ ਸੀ, ਤੇ xy is equal to 8। ਸੋ ਇਹਦੇ ਵਿੱਚੋਂ ਤਾਂ 5 ਕੈਂਸਲ ਹੋ ਗਿਆ, z is equal to 0। ਸੋ ਨਾਓ ਵੀ ਵਿਲ ਸੋਲਵ। ਕਿਹਨੂੰ ਸੋਲਵ ਕਰਾਂਗੇ ਅਸੀਂ? x plus y is equal to 6, ਨੰਬਰ 1 ਕਹਿ ਦੋ, ਐਂਡ xy ਮਲਟੀਪਲਾਈਡ ਬਾਈ, ਤੇ ਕਿੰਨਾ ਹੋ ਜਾਣਾ 8। ਸੋ ਇਹਨੂੰ ਕਿਵੇਂ ਸੋਲਵ ਕਰਾਂਗੇ? ਐਲੀਮੀਨੇਸ਼ਨ ਮੈਥਡ ਲਾ ਲਓ। ਸੋ ਫਰੋਮ 1 and 2, ਉੱਥੋਂ y ਦੀ ਵੈਲਿਊ ਲੈ ਲਓ, ਵਿੱਚ ਫਿਲ ਅਪ ਕਰ ਦਿਓ। ਸੈਕਿੰਡ 2 ਦੇ ਵਿੱਚ ਹੈ ਨਾ, ਟੇਕ ਵੈਲਿਊ ਆਫ y ਫਰੋਮ 1 ਐਂਡ ਪੁੱਟ ਇਟ ਇਨਟੂ ਦ 2। ਸੋ ਸਾਡੇ ਕੋਲ ਹੋ ਗਿਆ ਹੈ ਕੁਆਡ੍ਰੇਟਿਕ ਇਕੁਏਸ਼ਨ ਬਣ ਗਈ ਜੀ। ਇਹ ਕਿਹੜੀ ਬਣ ਗਈ? ਇਹ x² minus 6x plus 8 is equal to 0। ਸੋ ਸਾਡੇ ਕੋਲ ਵੈਲਿਊ ਜਿਹੜੀ ਇਹਦੇ ਫੈਕਟਰ ਬਣਾ ਲਓ ਜੀ, ਇਹਦੇ 10th ਕਲਾਸ ਵਾਲੇ ਮੈਥਡ ਨਾਲ। ਇਹ ਹੋ ਗਏ ਜੀ ਸਾਡੇ ਕੋਲ x minus 4 ਤੇ x minus 2 is equal to 0। ਤਾਂ x ਦੀਆਂ ਦੋ ਵੈਲਿਊਜ਼ ਆ ਗਈਆਂ ਸਾਡੇ ਕੋਲ, ਇੱਕ 2 ਆ ਗਈ, ਇੱਕ 4 ਆ ਗਈ। ਤਾਂ ਕੋਰਸਪੋਂਡਿੰਗਲੀ ਵੈਲਿਊ y ਦੀ ਕੀ ਆ ਗਈ? ਫਿਰ ਇੱਕ ਆ ਗਈ ਸਾਡੇ ਕੋਲ, ਜਦੋਂ ਅਸੀਂ x ਲੈਣ ਨੂੰ 2 ਲਵਾਂਗੇ 6 minus 2, ਤੇ ਜਦੋਂ 4 ਲਵਾਂਗੇ ਤਾਂ ਉਦੋਂ 6 minus 4।
सो एक्स ਦੀਆਂ ਵੈਲਿਊਜ਼ 2 आ ਗਈਆਂ 2 ਤੇ 4 ਤੇ y ਦੀਆਂ ਵੈਲਿਊ ਵੀ ਆ ਗਈਆਂ 2 4 ਤੇ 2 ਸੋ when x is equal to 2 y is equal to 4 ਤੇ z is equal to ਕਿੰਨਾ ਸੀ ਸਾਡੇ ਕੋਲ ਉਹ ਸੀ ਸਾਡੇ ਕੋਲ 0 ਤੇ when x is equal to 4 y is equal to 2 z is equal to 0 ਸੋ ਆ ਸਾਡਾ ਆਨਸਰ ਆ ਗਿਆ ਜੀ ਹਾਂਜੀ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਕੁਐਸਚਨ ਹੈ ਤੁਸੀਂ ਦੇਖੋ ਇਹ 3/1 ਦੀ ਮੈਟ੍ਰਿਕਸ ਹੈ ਦੂਸਰੀ ਵੀ 3/1 ਦੀ ਹੈ ਤਾਂ ਬਾਈ equate corresponding elements then ਤਾਂ ਸਾਡੇ ਕੋਲ ਕੀ ਆ ਜਾਣਾ ਜਦੋਂ ਅਸੀਂ ਇਹਨਾਂ ਦੇ corresponding ਐਲੀਮੈਂਟਸ ਨੂੰ ਕੀਤਾ ਇੱਧਰ ਦੇਖੋ ਹੈਗਾ x + y + z = 0 ਉੱਪਰ ਹੈਗਾ 9 ਮਤਲਬ दूसरा की है x + z = 5 तीसरा की है y + z = 7 इनू कोऑर्डिनेट नंबर 1 इनू 2 इनू 3 सो सब तो पहला की करो आ देखो x प्लस यदि ना वैल्यू देखो x + g की वैल्यू जी आ पई है 5 so from 1 and 2 तो इन्हू पहला सैट किया x + z इदा कर लिया ब्रैकेट दे विच प्लस y x + g की वैल्यू 5 फिल कर दो तुहाडे कोले y की वैल्यू है जी फिर 9 - 5 4 आ गई from 3 जो y की वैल्यू आ गई तो z की वैल्यू तुहाडे कोले आ गई 7 - 4 z की वैल्यू तुहाडे कोले आ गई मतलब z की वैल्यू आ गई तुहाडे कोले 3 तो z की जो आ गई तो फिर x की भी आ जानी है from 2 then now from 2 x + 3 = x एक कितना सीगा 5 सीगा सो x की वैल्यू जी तुहाडे कोल आ गई हुण 2 आ गई सो जे असीं सम अप करिए वैल्यूज़ नूं देयरफॉर x की वैल्यू आ गई साडे कोल 2 y की वैल्यू आ गई साडे कोल 4 y की वैल्यू आ गई साडे कोल 4 ते z की वैल्यू आ गई साडे कोल 3 हाँ जी अगे आओ सेम 2/2 की मैट्रिक्स है तो कंपेयर शुरू कर दें जिवें आपां पहलां करदे सी कंपेयरिंग corresponding elements तो a - b इज इक्वल टू इधर a - b है दूसरी साइड की है साढ़े को -1 है
2a plus c is equal to 5. 2a minus b is equal to 0. 3c plus d is equal to 13. ਕੰਪੈਰੀਜ਼ਨ ਹੋ ਗਿਆ ਜੀ ਸਾਰਿਆਂ ਦਾ। ਹੁਣ ਤੁਸੀਂ ਨੋਟ ਕਰੋ, ਚਾਰ ਸਾਡੇ ਕੋਲ ਇੱਕ ਹੈਗੇ ਆ ਵੇਰੀਏਬਲ ਜਿਹੜੇ ਅਸੀਂ ਕੱਢਣੇ ਆ ਨਾ, ਚਾਰ ਕੌਂਸਟੈਂਟ ਹੈ A B C ਤੇ D। ਤਾਂ ਪਹਿਲਾਂ ਆਪਾਂ ਰਿਲੇਸ਼ਨ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਈਜ਼ਲੀ ਕਿੱਥੋਂ ਹੁੰਦਾ। ਜੇ ਤੁਸੀਂ ਇਹਨੂੰ ਕਹੋਗੇ ਇਹਨੂੰ ਤੁਸੀਂ ਨੰਬਰ 1 ਕਹਿ ਲਓ, ਆ 2 3 ਆ 4। ਸੋ ਚਾਰ ਰਿਲੇਸ਼ਨ ਹੋ ਗਏ। ਤਾਂ ਤੁਸੀਂ ਦੇਖੋ ਵੀ ਫਸਟ ਤੇ ਥਰਡ ਇਹ ਥੋੜ੍ਹੇ ਈਜ਼ਲੀ ਮੈਨੇਜ ਹੋ ਜਾਣਗੇ, ਹੈ ਨਾ, ਕਿਉਂਕਿ A ਤੇ B ਹੈ ਦੋਨਾਂ ਦੇ ਵਿੱਚ। ਸੋ 3 ਦੇ ਵਿੱਚੋਂ ਤੁਸੀਂ ਇੱਦਾਂ ਕਰੋ, ਜਾਂ 3 ਦੇ ਵਿੱਚੋਂ ਤੁਸੀਂ 1 ਨੂੰ ਸਬਟਰੈਕਟ ਕਰ ਦਿਓ। ਸੋ ਇਹ ਬਣ ਗਿਆ 2a minus b minus a plus b 0 minus 1। ਸੋ ਆ b ਵੀ ਕੈਂਸਲ ਹੋ ਗਿਆ। a ਦੀ ਵੈਲਿਊ ਹੈ ਜਿਹੜੀ ਤੁਹਾਡੇ ਕੋਲ ਆ ਗਈ 1 ਆ ਗਈ। ਹੁਣ a ਦੀ ਵੈਲਿਊ ਆਪਾਂ 2 'ਚ ਫਿਲ ਕਰ ਦਾਂਗੇ ਤਾਂ c ਆ ਜਾਣੀ ਆ। ਸੋ ਪਹਿਲਾਂ ਫਰੋਮ 1 b ਕੱਢ ਲਈਏ। ਫਰੋਮ 1 b ਦੀ ਵੈਲਿਊ ਕਿੰਨੀ ਆ ਗਈ ਸੀ ਜੀ, a plus 1 ਆ ਗਈ ਸੀ। ਸੋ ਫਿਲ ਕਰ ਦਿਓ ਇਹਦੀ ਵੈਲਿਊ। ਇਹ ਹੋ ਗਿਆ 1 plus 1 is equal to 2. That is value of b is equal to 2. Now we will find the value of c. So from equation 3, from equation 2, sorry, 2 into 1 plus c is equal to 5. So c's value 5 minus 2, 3. That is c is equal to 2. 3, sorry. ਸੋ ਕੀ ਰਹਿ ਗਿਆ ਹੁਣ, ਇੱਕ ਵੈਲਿਊ ਰਹਿ ਗਈ ਜੀ d ਦੀ। ਸੋ d ਦੀ ਵੈਲਿਊ ਕਿੱਥੇ ਪਈ ਹੈ, 4th ਇਕੁਏਸ਼ਨ ਦੇ ਵਿੱਚ। ਫਾਰ d ਦੀ ਵੈਲਿਊ ਹੈਗੀ ਹੈ ਜੀ 13 minus 3c। ਕਿੱਥੋਂ ਪਤਾ ਲੱਗਿਆ, ਇਹ ਲੱਗਿਆ ਫਰੋਮ 4th ਇਕੁਏਸ਼ਨ। 13 minus 9 4। ਸੋ d ਦੀ ਵੈਲਿਊ ਹੈ ਜਿਹੜੀ ਸਾਡੇ ਕੋਲ ਕਿੰਨੀ ਆ ਗਈ, 4 ਆ ਗਈ। ਸੋ ਸਾਰੀਆਂ ਵੈਲਿਊਜ਼ ਆ ਗਈਆਂ ਜੀ ਸਾਡੇ ਕੋਲ। a ਦੀ ਵੈਲਿਊ 1 ਆ ਗਈ, b ਦੀ ਵੈਲਿਊ 2 ਆ ਗਈ, c ਦੀ ਵੈਲਿਊ 3 ਆ ਗਈ ਤੇ d ਦੀ ਵੈਲਿਊ 4 ਆ ਗਈ। 1 2 3 4। ਸੋ ਉਸ ਤੋਂ ਬਾਅਦ ਜੀ ਸਾਡਾ ਇਹੀ ਕੁਐਸਚਨ ਸੀ, ਮਤਲਬ a ਦੀ ਵੈਲਿਊ 1, b ਦੀ ਵੈਲਿਊ 2, c ਦੀ ਵੈਲਿਊ ਸੀ ਜਿਹੜੀ ਉਹ 3 ਸੀ ਤੇ d ਦੀ ਵੈਲਿਊ 4 ਸੀ। ਇਹ ਸਾਡਾ ਫਾਈਨਲ ਆਨਸਰ ਸੀਗਾ ਜੀ। ਇਸੇ ਲੈਕਚਰ ਦੇ ਵਿੱਚ ਇੰਨਾ ਹੀ। ਨੈਕਸਟ ਲੈਕਚਰ ਦੇ ਵਿੱਚ ਇਸੇ ਐਕਸਰਸਾਈਜ਼ ਦੇ MCQs ਵਾਲੇ ਕੁਐਸਚਨਸ ਨੂੰ ਸੋਲਵ ਕਰਾਂਗੇ। ਥੈਂਕ ਯੂ, ਥੈਂਕਸ ਫॉर ਵਾਚਿੰਗ।